ਆਸਾ ਗਗਨ ਨਗਰ ਇੱਕ ਬੂੰਦ ਨ ਬਰਖੈ। ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ रहते। सुरत माहे जो नृत्य करते कथा वार्ता कहते। रहाओ बजामन हारो कहाँ गयो जिन ए मंदिर कीना। साक्षी शब्द सुरत नहीं उपजै खिंच तेज सब लीना। श्रवणन बिकल भय संग तेरे इंद्री का बल थाका। चरण रहे कर टरक परे हैं मुखों न निकसै बाता। थाके पंच दूत सब तस्कर आप अपने ब्रह्म ते। थाका मन कुंचर उर थाका तेज सूत धर रमते। मृतक भय दसै बंद छूटे मित्र भाई सब छोरे। कहत कबीरा जो हर त्यावे जीवत बंधन तोरे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 480 ਅੰਗ ਤੇ ਆਸਾ ਰਾਗ ਵਿੱਚ ਸ਼ੋਭਤ। ਅਸਲ ਵਿੱਚ ਮਹਾਂਪੁਰਖਾਂ ਦੀ ਰਮਜ਼ ਨੂੰ ਡੂੰਘੀ ਗੱਲ ਨੂੰ ਸਮਝਣ ਵਾਸਤੇ ਉਸ ਪ੍ਰਭੂ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ, ਕਿਉਂਕਿ ਇਹਨਾਂ ਭਗਤ ਬਾਣੀ ਦੇ ਸ਼ਬਦਾਂ ਦੇ ਭਾਵ ਨੂੰ ਸਮਝਣ ਵਾਸਤੇ ਜਿਤਨੇ ਵੀ ਸਟੀਕ ਪੜ੍ਹੇ ਹਨ, ਹਰ ਵਿਦਵਾਨ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਕੀਤੇ ਹਨ। ਜਥਾ ਅਸੀਂ ਪੜ੍ਹਦੇ ਹਾਂ ਕਿ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਇ ਤੇਤੀ। ਸਾਡਾ ਕਿਸੇ ਨੂੰ ਗਲਤ ਜਾਂ ਠੀਕ ਕਹਿਣ ਦਾ ਆਸ਼ਾ ਨਹੀਂ। ਸਾਡਾ ਤੇ ਇੱਕ ਨਿਮਾਣਾ ਜਿਹਾ ਯਤਨ ਹੈ ਕਿ ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਜੋ ਸਾਡੇ ਵਰਗੇ ਜਗਿਆਸੂਆਂ ਨੂੰ ਮਾਰਗ ਦਰਸ਼ਨ ਕੀਤਾ ਹੈ ਉਹਨੂੰ ਸਮਝ ਸਕੀਏ, ਕਿਉਂਕਿ ਬਾਣੀ ਜੀਵਨ ਜਾਚ ਹੈ। ਅਸੀਂ ਇਸ ਜੀਵਨ ਜਾਚ ਨੂੰ ਅਪਣਾ ਕੇ ਇਸ ਮਨੁੱਖਾ ਜਨਮ ਨੂੰ ਸਫਲ ਕਰ ਸਕੀਏ। ਤੋ ਭਗਤ ਕਬੀਰ ਜੀ ਦੇ ਇਸ ਡੂੰਘੇ ਸ਼ਬਦ ਨੂੰ ਨਾ ਕਿਸੇ ਭੰਬਲ ਭੂਸੇ ਵਿੱਚ ਪਈਏ ਤੇ ਨਾ ਕਿਸੇ ਸਟੀਕ ਨੂੰ ਵਧੀਆ ਜਾਂ ਘਟੀਆ ਨੰਬਰ ਦੇਈਏ, ਕਿਉਂਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਡੂੰਘੇ ਸ਼ਬਦਾਂ ਨੂੰ ਸਮਝਾਉਣ ਦਾ ਯਤਨ ਕੀਤਾ, ਕਿਉਂਕਿ ਕਈ ਵਿਦਵਾਨਾਂ ਨੇ ਇਹਨੂੰ ਕਿਸੇ ਜੋਗੀ ਪ੍ਰਤੀ ਉਪਦੇਸ਼ ਦੇ ਰੂਪ ਵਿੱਚ ਜਾਂ ਕੋਈ ਜੋਗੀ ਭਗਤ ਕਬੀਰ ਜੀ ਦਾ ਮਿੱਤਰ ਸੀ, ਉਹਦੇ ਮਰ ਜਾਣ ਤੇ ਉਹਦੇ ਸਰੀਰ ਛੱਡ ਜਾਣ ਤੇ ਇਹ ਵੈਰਾਗ ਵਿੱਚ ਸ਼ਬਦ ਕਿਹਾ। ਪਰ ਇਹਦੇ ਤੋਂ ਸਾਨੂੰ ਕੋਈ ਵਿਸ਼ੇਸ਼ ਪ੍ਰੇਰਨਾ ਨਹੀਂ ਮਿਲਦੀ। ਪਰ ਪ੍ਰਿੰਸੀਪਲ ਸਾਹਿਬ ਜੀ ਨੇ ਜਿਸ ਤਰੀਕੇ ਨਾਲ ਇਸ ਉਲਝਣ ਨੂੰ ਹੱਲ ਕੀਤਾ ਹੈ
ਉਹ ਮਨ ਨੂੰ ਜ਼ਿਆਦਾ ਪ੍ਰੇਰਨਾ ਦਿੰਦੀ। ਇੱਕ ਹਾਲਤ ਉਹ ਹੈ ਜਿਸ ਵੇਲੇ ਮੈਂ ਤੇ ਤੁਸੀਂ ਹਰ ਵੇਲੇ ਮਾਇਆ ਦੀ ਗੱਲ ਕਰਦੇ, ਮਨ ਦੇ ਪਿੱਛੇ ਲੱਗਦੇ, ਤੇ ਮਨ ਦੇ ਪਿੱਛੇ ਲੱਗ ਕੇ ਸਾਰੇ ਸਰੀਰ ਦੇ ਜਿਹੜੇ ਇੰਦਰੇ ਹਨ, ਜਿਵੇਂ ਕਿ 5 ਕਰਮ ਇੰਦਰੇ ਹਨ, 5 ਗਿਆਨ ਇੰਦਰੇ ਹਨ, ਇਹ ਸਾਰੇ ਜਿਹੜੇ ਹਨ ਇਹ ਵੱਖ-ਵੱਖ ਤਰੀਕਿਆਂ ਨਾਲ ਇਸ ਮਨ ਨੂੰ ਨਚਾਉਂਦੇ ਹਨ, ਤਥਾ ਮਨ ਇਹਨਾਂ ਦੇ ਪਿੱਛੇ ਲੱਗ ਕੇ ਭਟਕਦਾ। ਪਰ ਭਗਤ ਜੀ ਦਾ ਖਿਆਲ ਇਹ ਹੈ ਕਿ ਜਦੋਂ ਕੋਈ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦਾ ਤਾਂ ਹੌਲੀ ਹੌਲੀ ਇਹ ਸਾਰੀ ਤਬਦੀਲੀ ਆ ਜਾਂਦੀ, ਕਿਉਂਕਿ ਜਿੱਥੇ ਰਹਾਉ ਦੀ ਪੰਕਤੀ ਹੈ, ਬਾਬਾ ਬੋਲਤੇ ਤੇ ਕਹਾਂਗੇ, ਹੇ ਭਾਈ ਉਹ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਉਹ ਫੁਰਨੇ, ਉਹ ਹੁਣ ਕਿੱਥੇ ਗਏ? ਦੇਹੀ ਕੇ ਸੰਗ ਰਹੇ, ਜਿਹੜੇ ਹਮੇਸ਼ਾ ਇਸ ਦੇਹੀ ਦੇ ਨਾਲ ਰਹਿੰਦੇ ਸਨ ਔਰ ਇਸ ਦੇ ਨਾਲ ਰਹਿੰਦਿਆਂ ਇਸ ਨੂੰ ਹਰ ਵੇਲੇ ਭਟਕਾਉਂਦੇ ਸਨ। ਸੁਰਤ ਮਾਹੀ ਜੋ ਨਿਰਤੇ ਕਰਤ, ਜਦੋਂ ਇਹ ਮਨ ਦੇ ਪਿੱਛੇ ਇੰਦਰੀਆਂ ਦੇ ਪਿੱਛੇ ਲੱਗਾ ਹੋਇਆ ਸੀ, ਉਸ ਅਵਸਥਾ ਵਿੱਚ ਇਹ ਨਿਰਣੇ ਵੀ ਕਰਦਾ ਸੀ, ਫੈਸਲੇ ਵੀ ਕਰਦਾ ਸੀ ਔਰ ਇੱਕ ਦੂਜੇ ਨਾਲ ਕਥਾ ਵਾਰਤਾ ਵੀ ਕਰਦਾ ਸੀ। ਪਰ ਜਦੋਂ ਤੋਂ ਵਾਹਿਗੁਰੂ ਦੇ ਸਿਮਰਨ ਵਿੱਚ ਲੱਗਾ, ਹੁਣ ਉਹ ਅਵਸਥਾ ਬਦਲ ਗਈ। ਗੁਰਬਾਣੀ ਵਿੱਚ ਇੱਕ ਜਗ੍ਹਾ ਨਹੀਂ, ਅਨੇਕਾਂ ਜਗ੍ਹਾ ਇਸ ਤੇ ਇਸ਼ਾਰੇ ਮਿਲਦੇ। ਭਾਈ ਸ਼ਬਦ ਮਰੋ, ਸ਼ਬਦ ਦੀ ਸਿੱਖਿਆ ਨੂੰ ਸੁਣ ਕੇ ਮੰਨੋ ਤੇ ਆਪਣੀਆਂ ਆਦਤਾਂ, ਆਪਣੇ ਮਨ ਦਾ ਕਹਿਣਾ ਜਿਹੜਾ ਉਹਨੂੰ ਮੰਨਣਾ ਛੱਡੋ। ਫਿਰ ਤੁਹਾਨੂੰ ਉਹ ਅਡੋਲ ਅਵਸਥਾ ਪ੍ਰਾਪਤ ਹੋਵੇਗੀ, ਫਿਰ ਤੁਹਾਨੂੰ ਕਦੇ ਮਰਨਾ ਨਹੀਂ ਪਵੇਗਾ। ਸ਼ਬਦ ਮਰੋ ਫਿਰ ਜੀਵੋ ਸਾਧੀ, ਤਾਂ ਫਿਰ ਮਰਨ ਨਾ ਹੋਈ। ਸੱਚਮੁੱਚ ਭਗਤ ਕਬੀਰ ਜੀ ਕਹਿੰਦੇ ਹਨ, ਜਦੋਂ ਤੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਸ਼ੁਰੂ ਕੀਤਾ, ਇਸ ਸਿਮਰਨ ਦੀ ਬਰਕਤ ਦੇ ਨਾਲ ਉਹ ਸਾਰੀਆਂ ਆਦਤਾਂ, ਉਹ ਸੁਭਾਅ ਬਦਲ ਗਏ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਬੜਾ ਕੁਝ ਸਮਝਾਇਆ, ਪਰ ਅਸੀਂ ਸਿਰਫ ਤੋਤਾ ਰਟਣੀ ਪਾਠ ਕਰਨ ਤੋਂ ਅੱਗੇ ਨਹੀਂ ਵਧੇ। ਪਹਿਲੀ ਅਸ਼ਟਪਦੀ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਨੇ, ਸਿਮਰੋਂ ਸਿਮਰ ਸਿਮਰ ਸੁਖ ਪਾਮ, ਕਲ ਕਲੇਸ਼ ਤਨ ਮਾਹਿ ਮਿਟਾਉ। ਸਿਮਰੋਂ ਜਾਸ ਵਿਸੰਬਰ ਇੱਕ ਹੈ, ਨਾਮ ਜਪਤੇ ਅਗਣਤ ਅਨੇਕ। ਵੇਦ ਪੁਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਇੱਕ ਆਖਿਰ। ਕਿਨ ਕਾ ਏਕ ਜਿਸ ਜੀ ਬਸਾਵੇ, ਤਾਕੀ ਮਹਿਮਾ ਗਨੀ ਨਾਵੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਡਾਰ। ਇਸ ਤੋਂ ਅੱਗੇ ਪ੍ਰਭੂ ਸਿਮਰਨ ਦੀਆਂ ਬਰਕਤਾਂ ਦੱਸੀਆਂ। ਪ੍ਰਭ ਕੇ ਸਿਮਰਨ ਗਰਭ ਨ ਬਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਨ ਟਰੇ। ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਤੋਂ ਮੈਂ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕੀਤਾ, ਹੁਣ ਮੇਰੀ ਅਵਸਥਾ ਬਦਲ ਗਈ। ਬਾਬਾ ਬੋਲਤੇ ਤੇ ਕਹਾਂਗੇ, ਹੇ ਭਾਈ ਉਹ ਜਿਹੜੇ ਮੇਰੇ ਇੰਦਰੇ, ਉਹ ਜਿਹੜਾ ਮੇਰਾ ਮਨ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਨੱਚਦਾ ਟੱਪਦਾ ਸੀ, ਉਹ ਹੁਣ ਕਿੱਧਰ ਗਿਆ? ਭਾਵ ਉਹਦੇ ਵਿੱਚ ਤਬਦੀਲੀ ਆ ਗਈ। ਬਾਬਾ ਬੋਲਤੇ ਤੇ ਕਹਾਂਗੇ, ਦੇਹੀ ਕੇ ਸੰਗ ਰਹਿਤੇ, ਜਿਹੜੇ ਸਰੀਰ ਦੇ ਨਾਲ ਹਰ ਵੇਲੇ ਚੰਬੜੇ ਹੋਏ,
ਸੁਰਤ ਮਾਹੀ ਜੋ ਨਿਰਤੇ ਕਰਤੇ। ਜਦੋਂ ਉਹ ਮਾਇਆ ਦੇ ਪ੍ਰਭਾਵ ਥਲੇ ਨਿਰਣੇ ਕਰਦੇ ਸਨ, ਫੈਸਲੇ ਕਰਦੇ ਸਨ, ਕਥਾ ਕਰਦੇ ਸਨ, ਵਾਰਤਾ ਕਰਦੇ ਸਨ, ਦਲੀਲਾਂ ਦਿੰਦੇ ਸਨ। ਸੁਰਤ ਮਾਹੀ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਦਾਸ ਦੀ ਬੜੀ ਤੁੱਛ ਬੁੱਧੀ ਹੈ, ਪਰ ਜਿੰਨੀ ਕੁ ਗੁਰੂ ਨੇ ਸਮਝ ਦਿੱਤੀ ਉਹ ਤੁਹਾਡੇ ਨਾਲ ਸਾਂਝੀ ਕਰਾਂ। ਕਹਿੰਦੇ ਨੇ ਹੁਣ ਸਿਮਰਨ ਦੀ ਬਰਕਤ ਦੇ ਨਾਲ ਐਸੀ ਅਵਸਥਾ ਬਣ ਗਈ, ਗਗਨ ਨਗਰ ਇੱਕ ਬੂੰਦ ਨ ਬਰਖੈ। ਗਗਨ ਨਗਰ ਕਿਹੜਾ? ਜਿਹਨੂੰ ਅਸੀਂ ਦਸਮ ਦੁਆਰ ਕਹਿੰਦੇ ਨੇ, ਜਿਹੜਾ ਸੋਚ ਦਾ ਸੋਮਾ ਹੈ, ਜਿਹੜੇ ਮਨ ਦੇ ਫੁਰਨੇ ਹਨ। ਹੁਣ ਉੱਥੇ ਉਹ ਫੁਰਨੇ ਮੁੱਕ ਗਏ, ਪਰ ਮੁੱਕੇ ਕਦੋਂ ਨੇ? ਜਦੋਂ ਸਿਮਰਨ ਕੀਤਾ। ਗਗਨ ਨਗਰ, ਨਗਰ ਦੇ ਰਾਰੇ ਨੂੰ ਸਿਆਰੀ, ਉਸ ਗਿਆਨ ਦੇ ਨਗਰ ਵਿੱਚ, ਦਸਮ ਦੁਆਰ ਵਿੱਚ ਹੁਣ ਫੁਰਨਿਆਂ ਰੂਪੀ ਇੱਕ ਬੂੰਦ ਵੀ ਨਹੀਂ ਵਰਗਦੀ। ਭਾਵ ਗਲਤ ਵਿਚਾਰ ਆਉਂਦੇ ਹੀ ਨਹੀਂ। ਨਾਦ ਕਹਾਂ ਜੋ ਸਮਾਨਾ, ਨਾਦ ਕਹਿੰਦੇ ਨੇ ਉਸ ਆਵਾਜ਼ ਨੂੰ। ਇਹ ਸਾਡੇ ਅੰਦਰ ਹਰ ਵੇਲੇ ਜਿਹੜੀ ਭੱਜ ਦੌੜ ਲੱਗੀ ਰਹਿੰਦੀ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਸਿਮਰਨ ਦੀ ਬਰਕਤ ਦੇ ਨਾਲ ਹੁਣ ਮੇਰਾ ਮਨ ਟਿਕ ਗਿਆ। ਫਿਰ ਧਿਆਨ ਦਿਓ, ਗਗਨ ਨਗਰ ਇੱਕ ਬੂੰਦ ਨ ਬਰਖੈ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਰਮਹੰਸ ਰੇ ਸਿਧਾਨ। ਇਹ ਸਾਰੇ ਪਰਮਾਤਮਾ ਦੇ ਨਾਮ ਹਨ। ਪਾਰ ਬ੍ਰਹਮ, ਜਿਸ ਬ੍ਰਹਮ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜੋ ਪਰਮ ਈਸ਼ਰ ਹੈ। ਮਾਧੋ, ਜੋ ਮਾਇਆ ਦਾ ਪਤੀ। ਉਹਦੇ ਸਿਮਰਨ ਦੀ ਬਰਕਤ ਦੇ ਨਾਲ ਉਹ ਪਰਮਹੰਸ, ਪਰਮਾਤਮਾ ਲੈ ਸਿਧਾਨ। ਹੁਣ ਮੇਰੀ ਉਸ ਸੋਚ ਸ਼ਕਤੀ ਨੂੰ ਉਹ ਆਪਣੇ ਨਾਲ ਲੈ ਗਿਆ। ਭਾਵ ਸਿਮਰਨ ਦੇ ਕਰਨ ਦੇ ਨਾਲ ਉਹ ਸਾਰੇ ਜਿਹੜੇ ਫੁਰਨੇ ਸਨ, ਉਹ ਸਾਰੀ ਜਿਹੜੀ ਭੱਜ ਦੌੜ ਸੀ, ਉਹ ਪਰਮਾਤਮਾ ਆਪਣੇ ਨਾਲ ਲੈ। ਕਦੋਂ? ਜਦੋਂ ਅਸੀਂ ਉਸਦਾ ਸਿਮਰਨ ਕਰਾਂ। ਤੋ ਗੱਲ ਕੀ? ਭਗਤ ਜੀ ਕਹਿੰਦੇ ਨੇ ਹੁਣ ਮੇਰੀ ਇਹ ਅਵਸਥਾ ਬਣ ਗਈ ਹੈ ਕਿ ਗਗਨ ਨਗਰ ਇੱਕ ਬੂੰਦ ਨ ਬਰਖੈ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਰਮਹੰਸ ਲੈ ਸਿਧਾਨ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ रहते, ਸੁਰਤ ਮਾਹੀ ਜੋ ਨਿਰਤੇ ਕਰਤੇ, ਕਥਾ ਵਾਰਤਾ कहते। ਪਹਿਲਾਂ ਦੀ ਹਾਲਤ ਕੁਝ ਹੋਰ ਸੀ, ਸਿਮਰਨ ਕਰਨ ਕਰਕੇ ਹੁਣ ਅਵਸਥਾ ਹੋਰ ਬਣ ਗਈ। ਬਜਾਵਨ ਹਾਰੋ ਕਾਂ ਗਇਓ, ਜਿਨ ਇਹ ਮੰਦਰ ਕੀਨਾ। ਹੁਣ ਵਜਾਉਣ ਵਾਲਾ ਕੌਣ ਸੀ? ਮਨ। ਮਨ ਹੀ ਸਾਨੂੰ ਭਟਕਾਉਂਦਾ, ਮਨ ਹੀ ਸਾਨੂੰ ਜਗ੍ਹਾ ਜਗ੍ਹਾ 'ਤੇ ਲਿਜਾਂਦਾ। ਆਖਿਆ ਉਹ ਇਸ ਢੋਲ ਨੂੰ, ਇਸ ਮਮਤਾ ਦੇ ਢੋਲ ਨੂੰ, ਮੋਹ ਦੇ ਢੋਲ ਨੂੰ ਵਜਾਉਣ ਵਾਲਾ ਮਨ ਕਿੱਥੇ ਗਿਆ? ਜਿਨ ਇਹ ਮੰਦਰ ਕੀਨਾ, ਜਿਸ ਮਨ ਨੇ ਇਹ ਸਾਰੀ ਖੇਡ ਬਣਾਈ ਹੋਈ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਜਿਸ ਕਰਕੇ ਇਹ ਮਨ ਭਟਕਦਾ ਸੀ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਪਰ ਸਿਮਰਨ ਦੀ ਬਰਕਤ ਦੇ ਨਾਲ ਉਹ ਸਾਰਾ ਤੇਜ, ਉਹ ਸਾਰੀ ਇਹਦੀ ਭੱਜ ਨੱਸ, ਉਹ ਫੁਰਨਿਆਂ ਦੀ ਦੌੜ, ਉਹ ਸੰਕਲਪ ਵਿਕਲਪ ਜਿਹੜੇ ਸਨ, ਉਹ ਹੁਣ ਖਤਮ ਹੋਏ। ਬਜਾਵਨ ਹਾਰੋ ਕਾਂ ਗਇਓ, ਜਿਨ ਇਹ ਮੰਦਰ ਕੀਨਾ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨ। ਇਹ ਸਿਮਰਨ ਦੀ ਬਰਕਤ ਹੈ।
ਇਹ ਪਰਮਾਤਮਾ ਨਾਲ ਜੁੜਨ ਦੀ ਬਰਕਤ ਹੈ ਕਿ ਉਹੀ ਮਨ ਜਿਹੜਾ ਪਹਿਲਾਂ ਕੁਝ ਹੋਰ ਤਰ੍ਹਾਂ ਦਾ ਸੀ ਹੁਣ ਹੋਰ ਤਰ੍ਹਾਂ। ਸ਼ਰਵਣਨ ਬਿਕਲ ਭੈ ਸੰਗ ਤੇਰੇ, ਉਹ ਕੰਨ ਜਿਹੜੇ ਤਰ੍ਹਾਂ ਤਰ੍ਹਾਂ ਦੇ ਰਾਗ ਨਾਦ ਸੰਗੀਤ ਸੁਣ ਕੇ ਖੁਸ਼ ਹੁੰਦੇ, ਹੁਣ ਉਹ ਵਿਆਕੁਲ ਹੋ ਗਏ। ਭਾਵ ਉਹਨਾਂ ਨੇ ਉਹ ਚੀਜ਼ਾਂ ਸੁਣਨੀਆਂ ਛੱਡ ਦਿੱਤੀਆਂ ਨੇ। ਹੁਣ ਉਹੀ ਮਨ ਕਹਿਣ ਲੱਗ ਪਿਆ ਹੈ, ਮੇਰੇ ਗੋਬਿੰਦ ਸ਼ਰਮਨੀ ਇਹ ਨਾ ਸੁਣਾਏ। ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਇਹਨਾਂ ਕੰਨਾਂ ਦੇ ਨਾਲ ਉਹ ਜਿਹੜੇ ਸਾਖਤਾਂ ਵਾਲੇ ਬੋਲ ਹਨ, ਉਹ ਜਿਹੜੇ ਅਜਾਈਂ ਬੋਲ ਹਨ, ਉਹ ਮੈਂ ਸੁਣਾ ਹੀ। ਜਦੋਂ ਕਿਸੇ ਕੰਮ ਵੱਲੋਂ ਅਸੀਂ ਹਟ ਜਾਂਦੇ ਹਾਂ, ਫਿਰ ਅਸੀਂ ਕਹਿ ਦਿੰਦੇ ਜੀ ਬਸ ਅਸੀਂ ਹੁਣ ਸਭ ਕੁਝ ਛੱਡ ਦਿੱਤਾ, ਅਸੀਂ ਹੁਣ ਉਹ ਨਹੀਂ ਹੈਗੇ, ਅਸੀਂ ਉਸ ਪਾਸੇ ਨਹੀਂ ਜਾਂਦੇ। ਸ਼ਰਵਣਨ ਬਿਕਲ ਭੈ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਹੁਣ ਇੰਦਰੀ ਜੇ ਤੇ ਇਸ ਨੂੰ ਬਹੁਵਚਨ ਕਰੀਏ ਤੇ ਇੰਦਰੀਆਂ ਕਰੀਏ, ਪਰ ਜਿਹੜੀ ਕਾਮ ਚੇਸ਼ਟਾ ਸੀ ਨਾ, ਉਹ ਵੀ ਹੁਣ ਕਮਜ਼ੋਰ ਪੈ ਗਈ। ਹੁਣ ਉਹਦੀ ਸੰਤੁਸ਼ਟੀ ਹੋ ਗਈ ਹੈ, ਹੁਣ ਉਸ ਪਾਸੇ ਨਹੀਂ ਜਾਂਦਾ। ਚਰਨ ਰਹੇ ਕਰ ਢਰਕ ਪੈ ਰਹੇ ਹੈ, ਹੁਣ ਮੇਰੇ ਪੈਰ ਵੀ ਭੈੜੇ ਪਾਸੇ ਨਹੀਂ ਜਾਂਦੇ, ਹੁਣ ਮੇਰੇ ਹੱਥ ਵੀ ਭੈੜੇ ਕੰਮ ਨਹੀਂ ਕਰਦੇ, ਢਿੱਲੇ ਪੈ ਗਏ। ਮੁਖੋਂ ਨਾ ਨਿਕਸੈ ਬਾਤਾਂ, ਹੁਣ ਮੂੰਹ ਤੋਂ ਗਲਤ ਗੱਲਾਂ ਨਿਕਲਦੀਆਂ ਹੀ ਨਹੀਂ, ਜੀ ਨਹੀਂ ਕਰਦਾ। ਪਹਿਲਾਂ ਤੇ ਹਰ ਭੈੜੀ ਗੱਲ ਕਰਨ ਤੋਂ, ਨਿੰਦਿਆ ਕਰਨ ਤੋਂ, ਚੁਗਲੀ ਕਰਨ ਤੋਂ ਇਹ ਮਨ ਮੁਖ ਹਟਦਾ ਹੀ ਨਹੀਂ ਸੀ, ਹੁਣ ਇਹ ਬਿਲਕੁਲ ਅਬੋਲ ਹੋ ਗਿਆ। ਇਹ ਤਬਦੀਲੀ ਹੈ ਸਿਮਰਨ ਦੀ ਬਰਕਤ ਨਾਲ, ਸੰਗਤ ਦੀ ਬਰਕਤ ਨਾਲ, ਗੁਰੂ ਦੀ ਕਿਰਪਾ ਨਾਲ ਇਹ ਤਬਦੀਲੀ ਆ ਜਾਂਦੀ। ਭਗਤ ਜੀ ਆਪਣਾ ਅਨੁਭਵ ਦੱਸ ਰਹੇ। ਸ਼ਰਵਣਨ ਬਿਕਲ ਭੈ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਚਰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨਾ ਨਿਕਸੈ ਬਾਤਾਂ। ਉਹੀ ਪੈਰ ਜਿਹੜੇ ਦੌੜ ਦੌੜ ਕੇ ਸ਼ਰਾਬ ਦੇ ਠੇਕੇ ਵੱਲ ਜਾਂਦੇ ਸਨ, ਜੂਏ ਖਾਨੇ ਵੱਲ ਜਾਂਦੇ ਸਨ, ਹੁਣ ਉਹ ਪੈਰ ਰੁਕ ਗਏ। ਉਹ ਹੱਥ ਜਿਹੜੇ ਦੂਜਿਆਂ ਦਾ ਮਾਲ ਲੁੱਟਣ ਤੇ ਚੁੱਕਣ ਲਈ ਤਿਆਰ ਨੇ, ਉਹ ਹੁਣ ਢਿੱਲੇ ਪੈ ਗਏ। ਹੁਣ ਮੂੰਹ ਤੋਂ ਕੋਈ ਗਲਤ ਗੱਲ ਨਿਕਲਦੀ ਨਹੀਂ। ਥਾਕੇ ਪੰਜ ਦੂਤ ਸਭ ਤਸਕਰ, ਤਸਕਰ ਕਹਿੰਦੇ ਚੋਰਾਂ ਨੂੰ। ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਪੰਜ ਚੋਰ ਸਨ, ਉਹ ਵੀ ਥੱਕ ਗਏ। ਭਾਵ ਜੋ ਮੰਦੇ ਪਾਸੇ ਵੱਲ ਮਨ ਨੂੰ ਲਿਜਾਂਦੇ ਸਨ। ਇਸ ਲਈ ਬਾਣੀ 'ਚ ਲਿਖਿਆ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਕਰ ਬਾਰ ਮਨ। ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨ। ਆਖਿਆ ਹੁਣ ਉਹ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਦੈਵੀ ਗੁਣਾਂ ਨੂੰ ਲੁੱਟਦੇ ਸਨ, ਉਹ ਵੀ ਥੱਕ ਗਏ। ਆਪ ਆਪਣੇ ਭ੍ਰਮ ਤੇ ਜਿਹੜੇ ਆਪਣੀ ਆਪਣੀ ਮਰਜ਼ੀ ਨਾਲ ਕਦੇ ਕਿਧਰੇ ਭਟਕ ਰਹੇ। ਥਾਕਾ ਮਨ ਕੁੰਚਰ ਉਰ ਥਾਕਾ, ਜਿਹੜਾ ਇਹ ਮਨ ਹਾਥੀ ਵਰਗਾ ਸੀ, ਇਹ ਵੀ ਹੁਣ ਥੱਕ ਗਿਆ। ਸਿਮਰਨ ਦੀ ਬਰਕਤ ਦੇ ਨਾਲ ਇਹ ਸਭ ਤਬਦੀਲੀਆਂ ਆ ਜਾਂਦੀਆਂ। ਉਹ ਹਿਰਦਾ ਜਿਹੜਾ ਸੰਕਲਪ ਵਿਕਲਪ ਕਰਦਾ ਸੀ, ਉਹ ਵੀ ਥੱਕ। ਤੇਜ ਸੂਤ ਧਰ ਰਮਤੇ, ਤੇ ਜਿਹੜਾ ਤੇਜ ਉਹ ਜਠਰ ਅਗਨੀ ਜਦੋਂ ਤੀਕਰ ਚੱਲ ਰਹੀ ਸੀ, ਇਹ ਤਰ੍ਹਾਂ ਤਰ੍ਹਾਂ ਦੇ ਭੋਗਦਾ ਸੀ, ਰਮਦਾ ਸੀ। ਹੁਣ ਇਹ ਸਾਰੀਆਂ ਚੀਜ਼ਾਂ ਸਿਮਰਨ ਦੀ ਬਰਕਤ ਨਾਲ ਛੁੱਟ ਗਈਆਂ। ਤੇ ਅਖੀਰ ਵਿੱਚ ਭਗਤ ਜੀ ਕਹਿੰਦੇ ਨੇ, ਮਿਰਤਕ ਭੈ ਦਸੈ ਬੰਦ ਛੂਟੇ। ਜਦੋਂ ਕੋਈ ਸੰਸਾਰ ਦੇ ਮੋਹ ਵੱਲੋਂ, ਵਿਕਾਰਾਂ ਦੇ ਮੋਹ ਵੱਲੋਂ ਮਰ ਜਾਂਦਾ, ਮਰ ਜਾਣ ਦਾ ਮਤਲਬ ਹੈ ਛੱਡ ਦੇਣਾ, ਉਹ ਪਾਸਾ ਹੀ ਛੱਡ ਦੇਣਾ। ਭਗਤਾਂ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ।
अनल अगम जैसे लहर में उदत जल केवल जल माही। तो एक तब्दीली है, ਪਹਿਲਾਂ ਕੁਝ ਹੋਰ ਜੀਵਨ ਜੀ ਰਹੇ ਸੀ, ਹੁਣ ਹੋਰ ਤਰ੍ਹਾਂ ਦਾ। ਮਿਰਤਕ ਭਏ ਦਸੈ ਬੰਦ ਛੂਟੇ। ਇਹ ਜਿਹੜੇ ਬੰਦ ਸਾਡੇ ਲਈ ਕੈਦ ਬਣੇ ਹੋਏ ਸਨ, ਇਹ ਛੂਟੇ, ਖਤਮ ਹੋ ਗਏ। ਮਿੱਤਰ ਭਾਈ ਸਭ ਛੋਰੇ। ਹੁਣ ਇਹਨਾਂ ਦੀ ਦੋਸਤੀ ਛੱਡ ਦਿੱਤੀ, ਇਹਨਾਂ ਵੱਲ ਝਾਕਣਾ ਹੀ ਛੱਡ ਦਿੱਤਾ, ਉਹ ਰਾਹ ਹੀ ਛੱਡ ਦਿੱਤਾ। ਫਿਰ ਕਬੀਰ ਜੀ ਅਖੀਰਲੀ ਪੰਕਤੀ 'ਚ ਨਿਚੋੜ ਕਰ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਕਬੀਰ ਜੀ ਕਹਿੰਦੇ ਨੇ ਜਿਹੜਾ ਵੀ ਬੰਦਾ ਉਸ ਪਰਮਾਤਮਾ ਦਾ ਸਿਮਰਨ ਕਰੇਗਾ ਉਹ ਜਿਉਂਦਿਆਂ ਹੀ ਇਹਨਾਂ ਬੰਧਨਾਂ ਤੋਂ ਛੁੱਟ ਜਾਏਗਾ ਤਥਾ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਏ। ਤੋ ਸ਼ਬਦ ਬਹੁਤ ਡੂੰਘਾ ਹੈ, ਪਰ ਗੁਰੂ ਮਹਾਰਾਜ ਨੇ ਗੁਰਬਾਣੀ ਦੀ ਵਿਚਾਰ ਵਿੱਚੋਂ ਜੋ ਸੋਝੀ ਬਖਸ਼ਿਸ਼ ਕੀਤੀ ਹੈ ਉਹ ਆਪ ਜੀ ਨਾਲ ਸਾਂਝੀ ਕੀਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।